ਸਾਡੇ ਬਈ ਸ਼ੁਰੂ ਤੋਂ ਇੰਪੋਰਟਡ ਟਰੈਕਟਰ ਰਹੇ ਆ ਘਰ ਦੇ ਵਿੱਚ। ਕੀ ਮਨੂ ਸੇਖੋਂ ਇੱਕ ਸਿਲਵਰ ਸਪੂਨ ਬੱਚਾ ਹੀ ਹੈ? ਫੁਕਰਾ ਸ਼ਬਦ ਮੇਰੇ ਲਈ ਬਹੁਤ ਯੂਜ਼ ਹੁੰਦਾ। ਪਹਿਲੀ ਵਾਰੀ 'ਚ ਕਿਸੇ ਨਾਲ ਘੁਲਿਆ ਮਿਲਿਆ ਨਹੀਂ ਜਾਂਦਾ ਗਾ। ਜੇ ਇੱਕ ਕੇਲਾ ਚੱਕ ਕੇ ਖਾਣਾ ਨਾ ਤਾਂ ਉਹ ਵੀ ਪੁੱਛ ਕੇ ਖਾਣਾ ਪੈਂਦਾ ਸੀਗਾ ਕਿ ਖਾ ਲਈਏ। 1.5 ਸਾਲ ਦੀ ਬੇਟੀ ਸੀ ਮੇਰੀ, ਕਿਡਨੀਆਂ ਡਾਇਮਸ ਹੋ ਗਈਆਂ ਸੀ ਇੱਕੋ ਦਮ। ਡਾਕਟਰਾਂ ਨੇ ਇਹ ਸਾਬਤ ਕਰਤਾ ਸੀ ਕਿ ਇਹ ਡੈਡ ਆ। ਲੋਕ ਮੇਰੇ ਰਿਸ਼ਤੇਦਾਰ ਇਹ ਕਹਿੰਦੇ ਸੀਗੇ ਕਿ ਇਹ ਤਾਂ ਬਸ ਹੁਣ ਭੁੱਖਾ ਮਰੂਗਾ ਇਸ ਤੋਂ ਬਾਅਦ, ਇਹ ਕੁੜੀ ਤੇ ਇੰਨੇ ਪੈਸੇ ਲਾ ਰਿਹਾ। ਮਤਲਬ ਕਿ ਰਿਸ਼ਤੇਦਾਰ ਫੋਨ ਕਰਨੋਂ ਹਟ ਗਏ ਸੀ ਵੀ ਹੋ ਸਕਦਾ ਕਿਤੇ ਫੋਨ ਜਦੋਂ ਕਰਾਂਗੇ ਕਿਤੇ ਪੈਸੇ ਨਾ ਮੰਗ ਲਏ। ਇੱਕ ਦਿਨ ਦਾ 5 ਲੱਖ ਰੁਪਇਆ ਖਰਚਾ ਸੀ ਬਈ ਸਿੰਗਾਪੁਰ ਦਾ। ਜਿੰਨਾ ਚਿਕਰ ਮੇਰੀ ਬੇਟੀ ਰਹੀ ਹੈ ਮੈਂ ਕੋਈ ਚੀਜ਼ ਨਹੀਂ ਵੇਚੀ ਆਪਦੇ ਘਰ ਦੀ। ਉਹ ਬੰਦੇ ਨੇ ਬਈ 4 ਮਹੀਨੇ ਪਹਿਲਾਂ ਇੱਕ ਨਵੀਂ ਫੋਰਚੂਨਰ ਕਾਰ ਲਈ ਸੀ ਤੇ ਉਹਨੇ ਆਪਦੀ ਕਾਰ ਵੇਚਤੀ। ਮੈਨੂੰ ਰਾਤ ਨੂੰ ਫੋਨ ਆਉਂਦਾ, ਠੀਕ ਹੈ, ਕਿ ਮੈਨੂੰ ਕੱਲ੍ਹ ਨੂੰ ਛੁੱਟੀ ਮਿਲਣੀ ਹੈ, ਤੁਸੀਂ ਆ ਜਾਓ, ਹੈ ਨਾ। ਤੇ ਕਿ ਉਹਨੇ 3 ਵਾਰੀ ਤੁਸੀਂ ਕਹਿ ਲਓ ਕਿ ਦੁਬਾਰਾ ਜਨਮ ਲਿਆ। ਉਹਨਾਂ ਸਕੂਲਾਂ ਦੇ ਪੜ੍ਹੇ ਹੋਏ ਵੀ ਮੇਰੇ ਫਾਦਰ ਸਾਹਿਬ ਨੇ ਇੱਕ ਤਾਂ ਸਾਡੇ ਸ਼ੁਰੂ ਤੋਂ ਹੀ ਕਹਿ ਲਓ ਕਿ ਸਾਡੇ ਪਰਿਵਾਰ ਨੂੰ ਇੰਪੋਰਟਡ ਟਰੈਕਟਰਾਂ ਦਾ, ਇੰਪੋਰਟਡ ਗੱਡੀਆਂ ਦਾ, ਲੋਹੇ ਦਾ ਬਹੁਤ ਸ਼ੌਕੀਨ ਸੀ ਸਾਡਾ ਪਰਿਵਾਰ। ਮੇਰੇ ਖਾਸ ਤੌਰ ਤੇ ਮੇਰੇ ਫਾਦਰ ਸਾਹਿਬ ਸਾਡੇ ਬਈ ਸ਼ੁਰੂ ਤੋਂ ਇੰਪੋਰਟਡ ਟਰੈਕਟਰ ਰਹੇ ਆ ਘਰ ਦੇ ਵਿੱਚ। ਅੱਜ ਵੀ ਮੇਰੇ ਕੋਲ ਟਰੈਕਟਰ ਇੰਡੀਆ ਦੇ ਵਿੱਚ ਇੱਕੋ ਹੀ ਆ। ਕਿਹੜਾ ਬਈ ਟਰੈਕਟਰ? ਫੋਰਡ 50 ਇੰਗਲੈਂਡ ਦਾ। ਠੀਕ ਹੈ, ਮੇਡ ਇਨ ਇੰਗਲੈਂਡ ਆ ਬਈ? ਹਾਂਜੀ, ਮੇਡ ਇਨ ਇੰਗਲੈਂਡ ਦਾ। ਠੀਕ ਹੈ ਬਈ। ਗੱਡੀਆਂ ਇੰਪੋਰਟਡ ਠੀਕ ਹੈ, ਸ਼ੁਰੂ ਤੋਂ ਸ਼ੌਂਕ ਸੀ। ਆ ਜਿਹੜੀਆਂ ਹੁਣ ਨਵੀਆਂ ਬਈ ਕਾਰਾਂ ਹੁਣ ਆਈਆਂ, ਚਲੋ ਇਹ ਤਾਂ ਹੁਣ ਲਈਆਂ ਸੀ, ਚਲੋ ਅੱਜ ਕੱਲ੍ਹ ਦਾ ਹੋ ਜਾਂਦਾ ਵੀ ਭਾਈ ਪੁਰਾਣੀਆਂ ਕਾਰਾਂ ਨਹੀਂ ਰੱਖਣੀਆਂ, ਪਰ ਸ਼ੁਰੂ ਤੋਂ ਬਈ ਇੰਪੋਰਟਡ ਗੱਡੀਆਂ ਸਾਡੇ ਕੋਲ ਰਹੀਆਂ। ਠੀਕ ਹੈ ਬਈ। ਮਤਲਬ ਕਿ ਤੁਸੀਂ ਕਹਿ ਲਓ ਕਿ ਮੇਰੇ ਹਿਸਾਬ ਨਾਲ 85 ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਮੈਰਿਜ ਹੋਈ ਆ। ਠੀਕ ਹੈ ਬਈ। ਤੇ ਉਦੋਂ 10 ਕੁ ਸਾਲ ਪਹਿਲਾਂ ਸਾਡੇ ਕੋਲੇ ਟੋਇਟਾ ਦੀ ਇੰਪੋਰਟਡ ਕਾਰ ਹੁੰਦੀ ਸੀ ਤੇ ਟਰੈਕਟਰ ਸ਼ੁਰੂ ਤੋਂ ਹੀ ਇੰਪੋਰਟਰ ਰੱਖੇ ਆ। ਤੇ ਉਹ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਕੰਮ ਵਾਲੇ ਹੀ ਸੀਗੇ ਕਿ ਉਹਨਾਂ ਨੇ ਕੰਮ ਹੀ ਕੀਤਾ ਸੀ ਘੋੜਿਆਂ ਦੇ ਸ਼ੌਂਕ ਨਾਲ ਆਪਦਾ ਕੰਮ, ਕੰਬਾਈਨਾਂ ਰੱਖੀਆਂ ਸੀਗੀਆਂ। ਠੀਕ ਹੈ, ਮਿਹਨਤ ਬਹੁਤ ਕਰਦੇ ਸੀ। ਪਹਿਲੀ ਵਾਰ ਥੋੜੀ ਜਿਹੀ ਫੋਟੋ ਵੇਖਦਾ ਉਹ ਦਿਮਾਗ 'ਚ ਗੱਲ ਪਤਾ ਕੀ ਆਉਂਦੀ ਹੈ, ਮਨੂ ਸੇਖੋਂ ਉਹ ਫੁਕਰਾ। ਸੱਚੀ ਗੱਲ ਆ, ਕਿਉਂਕਿ ਬਈ ਸਿੱਧੀ ਗੱਲ ਆ, ਆਪਣਾ ਹੈਗਾ ਭਰਾਵਾਂ ਵਾਲਾ ਰਿਸ਼ਤਾ। ਠੀਕ ਹੈ, ਮੈਂ ਗੱਲ ਕਹਿ ਦਿੰਦਾ ਕਿ ਮਨੂ ਸੇਖੋਂ ਇੱਕ ਸਿਲਵਰ ਸਪੂਨ ਬੱਚਾ ਹੀ ਹੈ ਜਾਂ ਇਹਨੇ ਵੀ ਲਾਈਫ ਦੇ ਵਿੱਚ ਉਤਰਾ ਚੜਾ ਜਿਹੜੇ ਇੱਕ ਆਮ ਘਰ ਦੇ ਜਵਾਕ ਨੂੰ ਦੇਖਣੇ ਪੈਂਦੇ ਦੇਖੇ ਆ? ਬਿਲਕੁਲ ਵੀਰੇ, ਬਿਲਕੁਲ ਸੱਚੀ ਗੱਲ ਆ ਤੁਹਾਡੀ 150%। ਇਹ ਗੱਲ ਜਿਹੜੀ ਅੱਜ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਨਾ ਕਿ ਲੋਕ ਕਹਿੰਦੇ ਕਿ ਮਨੂ ਸੇਖੋਂ ਉਹ ਤਾਂ ਬੜਾ ਫੁਕਰਾ ਸ਼ਬਦ ਮੇਰੇ ਲਈ ਬਹੁਤ ਯੂਜ਼ ਹੁੰਦਾ। ਸੱਚਾਈ ਹੈ ਇਹ ਗੱਲ। ਹਾਂਜੀ। ਉਹ ਉਦੋਂ ਯੂਜ਼ ਹੁੰਦਾ ਜਿਹੜਾ ਬੰਦੇ ਨੇ ਮੈਨੂੰ ਤੁਰਿਆ ਜਾਂਦਾ ਦੇਖਿਆ, ਜਿਹੜੇ ਬੰਦੇ ਨੇ ਮੈਨੂੰ ਕਿਤੇ ਬੈਠਾ ਦੇਖਿਆ, ਜਿਹੜਾ ਬੰਦਾ ਮੈਨੂੰ ਮਿਲਿਆ ਨਹੀਂ, ਉਹਦੇ ਲਈ ਮੈਂ ਸੱਚੀ ਦੇ ਵਿੱਚ ਹੀ ਫੁਕਰਾ। ਜਿਹੜਾ ਬੰਦਾ ਤਾਂ ਇੱਕ ਰਾਤ ਜਾਂ 4 ਘੰਟੇ ਮੇਰੇ ਕੋਲ ਬਹਿ ਗਿਆ, ਠੀਕ ਹੈ, ਉਹ ਤਾਂ ਇਹ ਕਹਿ ਲਓ ਕਿ ਮਨੂ ਸੇਖੋਂ ਨੂੰ ਇਹ ਪੁੱਛ ਕੇ ਜਾਊ ਕਿ ਬਈ ਆਪਾਂ ਦੁਬਾਰਾ ਕਿੱਦੇ ਬੈਠਾਂਗੇ। ਠੀਕ ਹੈ, ਜਿਹੜੇ ਨੇ ਮੈਨੂੰ ਲੰਘੇ ਜਾਂਦੇ ਨੇ ਦੇਖਿਆ ਜਾਂ ਜਿਹੜੇ ਨੇ ਮੈਨੂੰ ਕਿਤੇ ਤੁਰੇ ਜਾਂਦੇ ਨੇ ਦੇਖਿਆ, ਉਹ ਮੈਨੂੰ ਇਹੀ ਉਹਦੇ ਦਿਲ 'ਚ ਇਹੀ ਫੀਲ ਹੋਊਗਾ ਕਿ ਇਹ ਤਾਂ ਫੁਕਰਾ ਯਾਰ। ਠੀਕ ਹੈ ਬਈ। ਠੀਕ ਹੈ, ਹਰ ਇੱਕ ਬੰਦੇ ਨਾਲ ਸਿਮਰਨ ਬਾਈ ਪਹਿਲੀ ਵਾਰੀ 'ਚ ਕਿਸੇ ਨਾਲ ਘੁਲਿਆ ਮਿਲਿਆ ਨਹੀਂ ਜਾਂਦਾ ਗਾ। ਮੇਰੀ ਆਦਤ ਆ। ਠੀਕ ਹੈ, ਹਰ ਇੱਕ ਬੰਦੇ ਨਾਲ ਆਪਾਂ ਦਿਲ ਦੀਆਂ ਗੱਲਾਂ ਨਹੀਂ ਕਰ ਸਕਦੇ ਗੇ। ਜੇ ਆਪਣੇ ਨਾਲ ਟਾਈਮ ਕੋਈ ਬੰਦਾ ਬਤੀਤ ਕਰਦਾ ਤਾਂ ਆਪਾਂ ਨੂੰ ਉਹਦਾ ਪਤਾ ਲੱਗਦਾ ਕਿ ਇਹ ਬੰਦਾ ਕਿਵੇਂ ਆ। ਸਹੀ ਹੈ ਬਈ। ਠੀਕ ਹੈ, ਤੇ ਜਿਹੜੀ ਰਹੀ ਸਿਲਵਰ ਸਪੂਨ ਵਾਲੀ ਗੱਲ, ਉਹ ਬਈ ਤੁਹਾਨੂੰ ਦੱਸ ਕੀ ਹਟਿਆ ਕਿ ਜਦੋਂ ਜੁਆਇੰਟ ਫੈਮਿਲੀ ਸੀ ਨਾ, ਉਦੋਂ ਕਹਿ ਲਓ ਕਿ ਜੇ ਘਰ ਦੇ ਵਿੱਚ ਐਡੇ ਵੱਡੇ ਘਰ ਦੇ ਵਿੱਚ ਬਈ ਜਨਮ ਲਿਆ, ਸ਼ੁਰੂ ਤੋਂ ਜ਼ਮੀਨ ਜਾਇਦਾਦ ਚੰਗੀ ਹੋਣੀ, ਸਭ ਕੁਝ ਘਰ ਦੇ ਵਿੱਚ ਸੀਗਾ, ਪਰ ਇਹ ਕਹਿ ਲਓ ਕਿ ਜੇ ਇੱਕ ਕੇਲਾ ਚੱਕ ਕੇ ਖਾਣਾ ਨਾ ਤਾਂ ਉਹ ਵੀ ਪੁੱਛ ਕੇ ਖਾਣਾ ਪੈਂਦਾ ਸੀਗਾ ਕਿ ਖਾ ਲਈਏ। ਮੇਰੇ ਘਰ ਦੇ ਵਿੱਚ ਸਾਡੇ ਫਾਦਰ ਸਾਹਿਬ ਹੋਰੀ 3 ਬ੍ਰਦਰ ਆ। ਵੱਡੇ ਤਾਇਆ ਜੀ ਹੈ ਮੇਰੇ, ਇੱਕ ਮੇਰੇ ਫਾਦਰ ਸਾਹਿਬ ਸੀ, ਇੱਕ ਮੇਰੇ ਚਾਚਾ ਜੀ ਹੈ। ਮੇਰੇ ਚਾਚਾ ਜੀ, ਸਾਡੀ ਜ਼ਮੀਨ ਸੀਗੀ ਜੌੜਕੀ ਪਿੰਡ, ਫਾਜ਼ਿਲਕਾ ਦੇ ਨਾਲ, ਉਹ ਆਪਣੀ ਫੈਮਿਲੀ ਨਾਲ ਉੱਥੇ ਰਹੇ ਆ। ਤੇ ਹੁਣ ਉਹ ਮਲੋਟ ਰਹਿ ਰਹੇ ਆ ਇਸ ਟਾਈਮ। ਤੇ ਮੇਰੇ ਫਾਦਰ ਸਾਹਿਬ ਤੇ ਚਲੋ ਦੂਜੇ ਸੀ ਇੱਥੇ ਹੀ ਸੀਗੇ। ਉਹ ਸਾਡੇ ਘਰ ਦੇ ਵਿੱਚ ਕਹਿ ਲਓ ਕਿ ਇੱਕ ਵੱਡਾ ਪਰਿਵਾਰ ਹੁੰਦਾ ਨਾ, ਜਿਹੜਾ ਵੱਡਾ ਹੋਵੇ ਹਮੇਸ਼ਾ ਉਹਦੀ ਚੱਲਦੀ, ਸਾਡੇ ਚੱਲੀ ਵੀ ਉਹਨਾਂ ਦੀ ਆ। ਅੱਡ ਹੋਣ ਤੋਂ ਬਾਅਦ ਵੀ ਬਹੁਤ ਮਾੜਾ ਸਮਾਂ ਵੀ ਆਇਆ ਮੇਰੇ ਤੇ ਬਈ 2000 ਮਤਲਬ ਕਿ ਤੁਸੀਂ ਕਹਿ ਲਓ ਕਿ 11 ਦੇ ਵਿੱਚ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਠੀਕ ਹੈ ਜੀ। ਤੇ ਮੈਨੂੰ ਸਾਡੇ ਘਰ ਦੇ ਵਿੱਚ ਕੁਝ ਨਹੀਂ ਪਤਾ ਸੀਗਾ ਵੀ ਸਾਡੇ, ਹਾਲਾਂਕਿ ਮੈਨੂੰ ਇਹ ਨਹੀਂ ਪਤਾ ਸੀ ਸਾਡੀ ਜ਼ਮੀਨ ਦੀ ਵੱਟ ਕਿਹੜੀ ਹੈ।
ਠੀਕ ਹੈ। ਕਿ ਮੈਂ ਇੰਨਾ ਕਹਿ ਲਓ ਕਿ ਤੁਸੀਂ ਕਹਿ ਲਓ ਕਿ ਇੱਕ ਹੁੰਦਾ ਜਿਵੇਂ ਕਹਿ ਦਿੰਦੇ ਆਪਾਂ ਲਾਡਲਾ ਰੱਖਿਆ ਸੀ ਜਾਂ ਕੁਛ ਵੀ, ਮੈਂ ਤਾਂ ਸ਼ੁਰੂ ਤੋਂ ਘੁੰਮਣ ਫਿਰਨ ਦਾ ਸ਼ੌਂਕੀ ਸੀ। 2011 ਦੇ ਵਿੱਚ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ ਬਾਈ। ਮੇਰੇ ਫਾਦਰ ਸਾਹਿਬ ਨੂੰ ਬਹੁਤ ਸ਼ੌਂਕ ਸੀ ਖੇਤੀ ਕਰਨ ਦਾ, ਠੀਕ ਹੈ। ਤੇ ਉਦੋਂ ਸਾਡੀ ਖੇਤੀ ਹੈ, ਮੈਨੂੰ ਯਾਦ ਸੀ, ਸਾਡੇ ਨਰਮਾ ਸੀ ਬਹੁਤ, ਸਾਡੀ ਮੇਰੀ ਇੱਥੋਂ ਅੱਧਾ ਕਿਲੋਮੀਟਰ ਤੇ ਹੀ ਔਨ ਰੋਡ ਜ਼ਮੀਨ ਆ ਸਾਰੀ। ਠੀਕ ਹੈ ਬਈ। ਤੇ ਉਸ ਸਾਲ ਬਾਈ ਪਾਣੀ ਵੀ ਇੰਨਾ ਆ ਗਿਆ ਕਿ ਸਾਰਾ ਨਰਮਾ ਮੇਰਾ ਖਤਮ ਹੋ ਗਿਆ। ਠੀਕ ਹੈ। ਤੇ ਤੁਸੀਂ ਕਹਿ ਲਓ ਕਿ ਮੇਰਾ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਹੈ ਨਾ ਬਾਈ, ਮੇਰੇ ਚਾਚਾ ਜੀ ਨੇ ਬਹੁਤ ਸਾਥ ਦਿੱਤਾ। ਠੀਕ ਹੈ। ਬਹੁਤ ਜ਼ਿਆਦਾ ਸਾਥ ਦਿੱਤਾ। ਮੈਨੂੰ ਸਾਡੇ ਖੇਤ ਬਾਰੇ ਕੋਈ ਨੌਲੇਜ ਨਹੀਂ ਸੀ, ਮੈਨੂੰ ਤੱਕ ਜ਼ਮੀਨ ਬਾਰੇ ਅੱਜ ਵੀ ਨਹੀਂ ਮੈਨੂੰ ਪਤਾ ਬਾਈ ਕਿ ਖੇਤ ਦੇ ਵਿੱਚ ਕਿਹੜਾ ਝੋਨਾ ਤੇ ਕੀ ਸਿਸਟਮ ਤੇ ਕਦੋਂ ਰੇਹ ਪੈਣੀ, ਮੈਨੂੰ ਨਹੀਂ ਪਤਾਗਾ। ਮੈਂ ਇੱਕ ਸਾਲ ਵਾਹੀ ਵੀ ਕੀਤੀ ਹੈ ਪਰ ਮੈਨੂੰ ਨਹੀਂ ਪਤਾਗਾ। ਐਵੇਂ ਤੁਹਾਨੂੰ ਕਹਿ ਦਈਏ ਮੇਰੇ ਭਰਾ ਹੈਗੇ ਪਿੰਡ ਦੇ ਵਿੱਚ, ਬੜਾ ਹਰਪ੍ਰੀਤ ਹੈ ਸਾਡਾ ਛੋਟਾ ਭਰਾ, ਉਹ ਵੀ ਹੀਰਾ ਹੈ, ਬੜਾ ਸਾਥ ਦਿੰਦੇ ਆ ਮੇਰਾ ਕੰਮਾਂ ਦੇ ਵਿੱਚ, ਅੰਮ੍ਰਿਤਪਾਲ ਹੈ, ਪਰ ਮੈਨੂੰ ਨਹੀਂ ਅੱਜ ਵੀ ਪਤਾਗਾ। ਤੇ ਮੇਰੇ ਚਾਚਾ ਜੀ ਨੇ ਬਾਈ ਉਸ ਟਾਈਮ ਮੇਰਾ ਬਹੁਤ ਸਾਥ ਦਿੱਤਾ ਸੀ, ਮੇਰੇ ਫਾਦਰ ਸਾਹਿਬ ਤੋਂ ਬਾਅਦ ਹੋਰ ਕਿਸੇ ਨੇ ਨਹੀਂ ਦਿੱਤਾਗਾ। ਆਪਾਂ ਖੁੱਲ੍ਹ ਕੇ ਜੋ ਵੀ ਗੱਲ ਹੈ ਸਿੱਧੀ ਗੱਲ ਕਰਨ ਵਾਲੇ ਆ, ਕਿਸੇ ਨੇ ਸਾਥ ਨਹੀਂ ਦਿੱਤਾਗਾ। ਟਾਈਮ ਬਾਈ ਜਦੋਂ ਫਾਦਰ ਸਾਹਿਬ, ਜਦੋਂ ਘਰ ਦੇ ਵਿੱਚ ਇੱਕ ਪਰਿਵਾਰ ਦਾ ਮੇਨ ਮੈਂਬਰ ਜਾਣਾ ਤੇ ਬਹੁਤ ਵੱਡਾ ਮਾੜਾ ਟਾਈਮ ਹੁੰਦਾ ਬਾਈ, ਪਰ ਮੇਰੇ ਚਾਚੇ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਸੀ। ਹੋਰ ਕਹਿ ਲਓ ਕਿਸੇ ਨੇ ਵੀ ਨਹੀਂ ਟਾਈਮ ਦਿੱਤਾ ਕਿ ਹੋ ਸਕਦਾ ਉਹਨਾਂ ਨੂੰ ਐਂ ਹੋਵੇ ਕਿ ਯਾਰ ਜੇ ਅਸੀਂ ਜਾਵਾਂਗੇ ਤਾਂ ਹੋ ਸਕਦਾ ਸਾਡੇ ਤੋਂ ਪੈਸੇ ਹੀ ਨਾ ਮੰਗ ਲਏ ਕਿਤੇ, ਠੀਕ ਹੈ। ਤੇ ਚਲੋ ਬਈ ਹੌਲੀ ਹੌਲੀ ਆਪਦੇ ਪੈਰਾਂ 'ਤੇ ਖੜ੍ਹੇ ਹੋਏ ਆ, ਸਟੈਂਡ ਹੋਏ ਆ। ਸਾਰੀ ਦੁਨੀਆ ਨੂੰ ਪਤਾ ਬਈ ਕਿ ਇੱਕ ਮੇਰੀ ਬੇਟੀ ਸੀਗੀ ਕਿ ਜਿਹਨੂੰ HUS ਦੀ ਪ੍ਰੋਬਲਮ ਆ ਗਈ ਸੀ, ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਹੁੰਦੀ ਆ। ਬਈ ਕੀ ਗੱਲ ਹੋਈ ਸੀ ਇਹਦੇ ਬਾਰੇ ਜ਼ਰੂਰ ਦੱਸੋ। ਬਈ 1.5 ਸਾਲ ਦੀ ਬੇਟੀ ਸੀ ਮੇਰੀ, ਕਿਡਨੀਆਂ ਡਾਇਮਸ ਹੋ ਗਈਆਂ ਸੀ ਇੱਕੋ ਦਮ। ਡਾਕਟਰ ਨੇ ਇੰਜੈਕਸ਼ਨ ਗਲਤ ਲਾਤਾ, ਕਿਡਨੀਆਂ ਡਾਇਮਸ ਹੋ ਗਈਆਂ ਸੀਗੀਆਂ ਔਰ ਹਾਰਟ ਕੰਮ ਛੱਡ ਗਿਆ ਸੀ ਇੱਕੋ ਦਮ। ਕਹਿ ਲਓ ਕਿ ਸਿਰਫ ਔਰ ਸਿਰਫ 10 ਮਿੰਟਾਂ ਦੇ ਵਿੱਚ। ਲੁਧਿਆਣੇ ਨਾਰਮਲ ਸੀ ਬਿਲਕੁਲ, ਮੈਡੀਸਨ ਲੈਣ ਗਏ ਆ, ਉੱਥੇ ਡਾਕਟਰ ਨੇ ਕੋਈ ਇੰਜੈਕਸ਼ਨ ਲਾਇਆ, ਨਾਲ ਦੀ ਨਾਲ ਕਹਿ ਲਓ ਕਿ ਕਿਡਨੀਆਂ ਡੈਮੇਜ, ਹਾਰਟ ਕੰਮ ਛੱਡ ਗਿਆ, ਨਾਲ ਦੀ ਨਾਲ ਵੈਂਟੀਲੇਟਰ 'ਤੇ। ਕਿ ਕਹਿ ਲਓ ਕਿ ਡਾਕਟਰਾਂ ਨੇ ਇਹ ਸਾਬਤ ਕਰਤਾ ਸੀ ਕਿ ਇਹ ਡੈਡ ਆ। ਔਰ ਮੈਨੂੰ ਰਾਤ ਨੂੰ ਜਦੋਂ ਇੱਥੋਂ ਪਤਾ ਲੱਗਿਆ ਤੇ ਮੈਂ ਗਿਆ ਤੇ ਤੜਕੇ ਤੱਕ ਕਹਿ ਲਓ ਕਿ ਸਾਨੂੰ ਕਿਸੇ ਨੇ 2 ਦਿਨ ਡਾਕਟਰਾਂ ਨੇ ਮਿਲ ਨਹੀਂ ਦਿੱਤਾਗਾ। ਦੂਜੇ ਦਿਨ ਮੈਂ ਅੰਦਰ ਗਿਆ ICU 'ਚ, ਤੇ ਜਦੋਂ ਮੈਂ ਜਾ ਕੇ ਉਹਨੂੰ ਬੁਲਾਇਆ ਤੇ ਮਤਲਬ ਕਿ ਉਹਦਾ ਵੈਂਟੀਲੇਟਰ ਲਾਤਾ ਸੀ ਉਦੋਂ, ਤੇ ਉਹ ਬੋਲੀ ਇੱਕ ਵਾਰੀ ਪਾਪਾ ਕਿਹਾ ਉਹਨੇ ਮੈਨੂੰ, ਉਦੋਂ ਬਾਅਦ ਨਹੀਂ ਬੋਲੀਗੀ। ਚਲੋ ਉਹਨੂੰ ਸ਼ੌਂਕ ਬਹੁਤ ਸੀ ਬਾਈ ਮੇਰੇ ਵਾਂਗੂ, ਕਹਿ ਲਓ ਘੋੜਿਆਂ ਦਾ, ਕੁੱਤਿਆਂ ਦਾ, ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਤੇ ਬਈ ਚਲੋ ਟਾਈਮ ਬੜਾ ਸਾਲਾ ਗਲਤ ਸੀਗਾ, ਉਹ ਛੋਟਾ ਜਵਾਕ ਸੀ ਬਈ। ਹੌਲੀ ਹੌਲੀ ਹੁੰਦਿਆਂ ਪਹਿਲਾਂ ਲੁਧਿਆਣੇ ਟਰੀਟਮੈਂਟ ਚੱਲਦਾ ਰਿਹਾ। ਲੁਧਿਆਣੇ ਤੋਂ ਬਾਅਦ ਅਸੀਂ ਠੀਕ ਹੋ ਗਈ ਇੱਥੇ। ਸਾਨੂੰ ਲੁਧਿਆਣੇ ਵਾਲੇ ਡਾਕਟਰ ਨੇ ਭੇਜਤਾ ਦਿੱਲੀ, ਕਹਿੰਦੇ ਕਿ ਉੱਥੇ ਇੱਕ ਟੈਸਟ ਹੋਣਾ, ਟੈਸਟ ਕਰਾਉਣ ਵਾਸਤੇ ਜਾਂਦੇ ਰਹੇ। ਉਹ ਬਈ ਕਹਿ ਲਓ ਕਿ ਇੱਕ ਜਿਹੜਾ ਦਿਲ ਹੁੰਦਾ ਨਾ, ਮਤਲਬ ਕਿ ਆਪਦੇ ਜਵਾਕਾਂ ਲਈ ਉਹ ਇਹ ਗੱਲ ਕਹਿੰਦਾ ਹੁੰਦਾ ਦਿਲ ਮਾਂ ਪਿਓ ਦਾ ਕਿ ਯਾਰ ਜੋ ਮਰਜ਼ੀ ਹੋ ਜਾਏ, ਜਵਾਕ ਸੁੱਖ ਸ਼ਾਂਤੀ ਨਾਲ ਸਹੀ ਰਹਿਣ। ਤੇ ਉਹ ਮੇਰੇ ਮੂੰਹ 'ਚ ਉੱਥੇ ਗਿਆ ਇੱਕ ਗੱਲ ਨਿਕਲ ਗਈ ਡਾਕਟਰ ਦੇ ਕੋਲੇ ਕਿ ਡਾਕਟਰ ਸਾਹਿਬ ਜਵਾਕ ਠੀਕ ਹੋਣਾ ਚਾਹੀਦਾ, ਪੈਸਿਆਂ ਦੀ ਕੋਈ ਚਿੰਤਾ ਨਹੀਂ। ਤੇ ਹਰ ਇੱਕ ਮਾਂ-ਬਾਪ ਨੂੰ ਹੁੰਦਾ। ਉਹ ਡਾਕਟਰ ਸਾਨੂੰ ਸਮਝ ਗਿਆ ਕਿ ਇਹ ਚਲੋ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਇੱਕ ਸਾਡੇ ਮੁਰਗਾ ਬਣਾ ਲੈਂਦੇ ਆ, ਉਹਨੇ ਸਾਨੂੰ ਇੱਕ ਮੁਰਗੇ ਸਮਝ ਲਿਆ ਕਿ ਇਹ ਆ ਕੇ ਮੇਰੇ ਕੋਲ ਜਿੰਨਾ ਛਿੱਲੀ ਦਾ ਛਿੱਲਾਂ ਮੈਂ ਬਈ ਜੀ। ਉਹਨੇ ਤੁਸੀਂ ਕਹਿ ਲਓ ਕਿ ਉਹ ਜਿਹੜੀ ਬਿਮਾਰੀ ਸੀ HUS ਦੀ, ਉਹ ਇੱਕ ਇੰਜੈਕਸ਼ਨ ਆਉਂਦੇ ਆ 3.5 ਲੱਖ ਰੁਪਏ ਦਾ ਇੰਜੈਕਸ਼ਨ ਹੁੰਦਾ, ਉਹਦੇ ਲਾਉਣ ਨਾਲ ਠੀਕ ਹੋ ਜਾਂਦੀ ਹੈ। ਠੀਕ ਹੈ। ਉਹਨੇ ਸਾਨੂੰ ਡਾਕਟਰ ਨੇ ਕਿਹਾ ਕਿ ਇਹ ਤੁਸੀਂ ਇੰਜੈਕਸ਼ਨ ਮੰਗਾ ਲਓ, ਇੰਗਲੈਂਡ ਤੋਂ ਆਉਣਗੇ ਤੇ ਜਦੋਂ ਆ ਗਏ ਆਪਾਂ ਟਰੀਟਮੈਂਟ ਚਾਲੂ ਕਰ ਦਾਂਗੇ, ਠੀਕ ਹੋ ਜਾਣਾ। ਅਸੀਂ ਬਾਈ ਜੀ ਦੂਜੇ ਦਿਨ ਉਹ ਇੰਜੈਕਸ਼ਨ ਜਿਹੜੇ ਉਹਨਾਂ ਦਾ ਅਰੇਂਜ ਕਰ ਲਿਆ, ਡਾਕਟਰ ਨਾਲ ਗੱਲ ਹੋ ਗਈ ਕਿ ਇੰਜੈਕਸ਼ਨ ਆ ਗਏ। ਉਹ ਬਾਅਦ 'ਚ ਕਹਿੰਦਾ ਕਿ ਇਹ ਨਹੀਂ ਲਾਉਣੇ, ਆਪਣੇ ਇੰਡੀਆ ਦੇ ਵਿੱਚ ਇੱਕ 35,000 ਦਾ ਇੰਜੈਕਸ਼ਨ ਆਉਂਦਾ ਉਹ ਲਾ ਲਾਂਗੇ, ਕਿਉਂਕਿ ਉਹਨੇ ਬਾਈ ਸਾਨੂੰ ਜਲੀਲ ਖਰਾਬ ਕਰਨਾ ਸੀ, ਪੈਸੇ ਕਮਾਉਣੇ ਸੀ ਉਹਨੇ ਸਾਡੇ ਤੋਂ। ਉਹਨੇ ਬਾਈ ਜੀ ਉਹ ਇੰਜੈਕਸ਼ਨ ਲਾਉਣੇ ਸਟਾਰਟ ਕਰਤੇ ਔਰ ਦਿਨੋਂ ਦਿਨ ਬੇਟੀ ਦੀ ਜਿਹੜੀ ਹਾਲਤ ਸੀ ਉਹ ਵਿਗੜਨੀ ਸਟਾਰਟ ਹੋ ਗਈ। ਡਾਇਲਸਿਸ ਹੋਣ ਲੱਗ ਗਈ, ਪਲਾਜ਼ਮਾ ਚੇਂਜ ਹੋਣ ਲੱਗ ਗਿਆ। ਅਖੀਰ ਤੇ ਆ ਕੇ ਅਸੀਂ ਕਿਹਾ ਕਿ ਅਸੀਂ ਛੁੱਟੀ ਲੈਣਾ ਚਾਹੁੰਦੇ, ਸਾਨੂੰ ਛੁੱਟੀ ਦੇ ਦੇ ਵੀ ਅਸੀਂ ਕਿਤੇ ਹੋਰ ਇਲਾਜ ਕਰਾ ਲਾਂਗੇ। ਉਹ ਕਹਿੰਦਾ ਜੀ ਇੱਥੇ ਤਾਂ ਇਲਾਜ ਹੀ ਹੈ ਨਹੀਂ ਹੋਰ ਕਿਤੇ। ਫਿਰ ਅਸੀਂ ਬਈ ਜੀ ਵਰਲਡ ਦਾ ਸਭ ਤੋਂ ਟੌਪ ਦਾ ਹੌਸਪੀਟਲ ਆ ਸਿੰਗਾਪੁਰ ਅਲੀਜ਼ਾਬਾਦ, ਠੀਕ ਹੈ ਬਈ, ਅਲੀਜ਼ਾਬਾਦ ਹੌਸਪੀਟਲ ਦਾ ਨਾਮ ਹੈ। ਸਾਡੀ ਉੱਥੇ ਹੌਸਪੀਟਲ 'ਚ ਗੱਲ ਹੋਈ, ਅਸੀਂ ਉਹਨਾਂ ਨੂੰ ਕਿਹਾ ਕਿ ਆ, ਉਹ ਕਹਿੰਦੇ ਕਿ ਨਾਰਮਲ ਹੈ, ਕੋਈ ਚੱਕਰ ਨਹੀਂ, ਤੁਸੀਂ ਆ ਜਾਓ।
ਅਸੀਂ ਬਈ ਇੱਥੋਂ ਸਿੰਗਾਪੁਰ ਲੈ ਕੇ ਗਏ ਆ। ਉਹ ਟਾਈਮ ਬਾਈ ਜੀ ਇਹੋ ਜਿਹਾ ਸੀਗਾ, ਜਦੋਂ ਸਾਡਾ ਦਿੱਲੀ ਦੇ ਵਿੱਚ ਇਲਾਜ ਚੱਲਦਾ ਸੀ, ਸਾਡੇ ਰਿਸ਼ਤੇਦਾਰਾਂ ਨੇ ਮੈਨੂੰ ਫੋਨ ਕਰਨੇ ਬੰਦ ਕਰਤੇ ਸੀ। ਮੈਂ ਸੁਣਿਆ ਕਿ ਬਈ ਉਸ ਟਾਈਮ 'ਤੇ ਤੁਹਾਡਾ ਕੋਈ ਜ਼ਮੀਨ ਦਾ ਵੀ, ਤੁਸੀਂ ਪ੍ਰੋਪਰਟੀ ਦਾ ਕਾਫੀ ਕੁਝ ਉਹ ਗੁੜੀਆ 'ਤੇ ਹੀ ਲਾਤਾ ਸੀਗਾ। ਮੈਂ ਤੁਹਾਨੂੰ ਬਈ ਸਾਰੀ ਗੱਲ ਦੱਸਦਾ ਬਈ, ਜਦੋਂ ਬੇਟੀ ਬਿਮਾਰ ਹੁੰਦੀ ਆ ਤਾਂ ਮੇਰੇ ਕੋਲੇ ਤੁਸੀਂ ਕਹਿ ਲਓ ਕਿ ਘਰੇ 2 ਲੱਖ ਰੁਪਇਆ ਵੀ ਹੈ ਨਹੀਂ ਸੀ। ਲੁਧਿਆਣੇ ਟ੍ਰੀਟਮੈਂਟ ਚੱਲਿਆ। ਮੇਰੇ ਸਹੁਰੇ ਆ ਬਈ ਦਰਾਹੇ, ਵੈਸੇ ਤਾਂ ਉਹਨਾਂ ਦੀ ਵੀ ਦੋਹਤੀ ਸੀ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਦਾ ਇੰਨਾ ਸਾਥ ਦੇ ਦੂਗਾ ਜਿੰਨਾ ਮੇਰਾ ਉਹਨਾਂ ਨੇ ਸਾਥ ਦਿੱਤਾ। ਮੇਰਾ ਚਾਚਾ ਉਸ ਟਾਈਮ ਵੀ ਮੇਰੇ ਨਾਲ ਖੜਾ ਸੀ। ਸਾਰੇ ਰਿਸ਼ਤੇਦਾਰ ਛੱਡ ਗਏ ਸੀ, ਸਾਰੇ A to Z। ਲੋਕ ਮੇਰੇ ਰਿਸ਼ਤੇਦਾਰ ਇਹ ਕਹਿੰਦੇ ਸੀਗੇ ਕਿ ਇਹ ਤਾਂ ਬਸ ਹੁਣ ਭੁੱਖਾ ਮਰੂ ਇਸ ਤੋਂ ਬਾਅਦ, ਇਹ ਕੁੜੀ ਤੇ ਇੰਨੇ ਪੈਸੇ ਲਾ ਰਿਹਾ। ਲੋਕ ਇਹ ਕਹਿੰਦੇ ਸੀ ਕਿ ਕੁੜੀ ਤੇ ਇੰਨੇ ਪੈਸੇ ਲਾ ਰਿਹਾ। ਲੋਕਾਂ ਲਈ ਕੁੜੀ ਮੁੰਡੇ 'ਚ ਫਰਕ ਆ, ਮੇਰੇ ਲਈ ਨਹੀਂ ਹੈਗਾ ਬਈ। ਤੇ ਮਤਲਬ ਕਿ ਰਿਸ਼ਤੇਦਾਰ ਫੋਨ ਕਰਨੋਂ ਹਟ ਗਏ ਸੀ ਵੀ ਹੋ ਸਕਦਾ ਕਿਤੇ ਫੋਨ ਜਦੋਂ ਕਰਾਂਗੇ ਕਿਤੇ ਪੈਸੇ ਨਾ ਮੰਗ ਲਏ। ਉਦੋਂ ਬਾਅਦ ਬਈ ਅਸੀਂ ਗਏ ਆ ਸਿੰਗਾਪੁਰ। ਇੱਕ ਦਿਨ ਦਾ 5 ਲੱਖ ਰੁਪਇਆ ਖਰਚਾ ਸੀ ਬਈ ਸਿੰਗਾਪੁਰ ਦਾ। ਮੇਰਾ ਇੱਕ ਦੋਸਤ ਆ ਬਈ ਸਰਸੇ ਤੋਂ, ਸੰਦੀਪ ਚੋਇਲ, ਉਹ ਬੰਦੇ ਦਾ ਬਈ ਮੈਨੂੰ ਫੋਨ ਆਉਂਦਾ ਹੈ। ਮੈਂ ਸਿੰਗਾਪੁਰ ਨਹੀਂ ਗਿਆ ਸੀ, ਠੀਕ ਹੈ। ਮੇਰੀ ਵਾਈਫ ਗਈ ਸੀ, ਰਿਸ਼ਤੇਦਾਰ ਹੋਰ ਗਏ ਸੀ, ਮੈਂ ਨਹੀਂ ਗਿਆ ਸੀ। ਚਲੋ ਇੱਥੇ ਬਈ ਅਰੇਂਜਮੈਂਟ ਕਰਨਾ ਹੁੰਦਾ ਸੀ, ਪੈਸੇ ਦਾ 100 ਸਿਸਟਮ ਹੁੰਦਾ ਸੀ। ਪਰ ਜ਼ਿੰਦਗੀ ਦੇ ਵਿੱਚ ਬਈ ਇਹ ਗੱਲ ਹੈ ਕਿ ਕਹਿੰਦੇ ਹੁੰਦੇ ਆ ਕਿ ਜਿਨ੍ਹਾਂ ਦੇ ਘਰੇ ਕੁੜੀਆਂ ਹੋਣ ਨਾ ਬਈ, ਉਹਨਾਂ ਦਾ ਘਰ ਤਰੱਕੀ ਬਹੁਤ ਕਰਦਾ। ਸਹੀ ਹੈ ਬਈ। ਮੇਰੀ ਬੇਟੀ ਤੇ ਬਈ ਜਿੰਨੇ ਪੈਸੇ ਲੱਗੇ ਸੀਗੇ, ਸਾਨੂੰ ਨਹੀਂ ਪਤਾ ਲੱਗਦਾ ਸੀ ਕਿ ਪੈਸੇ ਕਿੱਥੋਂ ਆਉਂਦੇ ਆ। ਠੀਕ ਹੈ। ਤੁਸੀਂ ਇਹ ਲਾ ਲਓ ਹਿਸਾਬ ਵੀ ਇੱਕ ਦਿਨ ਦਾ ਜਿਹਦੇ ਘਰੋਂ 5 ਲੱਖ ਰੁਪਏ ਜਾਂਦਾ ਹੋਵੇ, ਉਹਦੇ ਲਈ ਬਹੁਤ ਔਖਾ ਹੋ ਜਾਂਦਾ। ਪਰ ਮੈਨੂੰ ਨਹੀਂ ਪਤਾ ਲੱਗਿਆ ਵੀ ਮੇਰੇ ਪੈਸੇ ਕਿੱਥੋਂ ਆਉਂਦੇ ਆ। ਜਿੰਨਾ ਚਿਰ ਮੇਰੀ ਬੇਟੀ ਰਹੀ ਹੈ, ਮੈਂ ਕੋਈ ਚੀਜ਼ ਨਹੀਂ ਵੇਚੀ ਆਪਦੇ ਘਰ ਦੀ, ਕੁਝ ਨਹੀਂ ਵੇਚਿਆ ਹੈਗਾ। ਠੀਕ ਹੈ ਬਈ ਪੈਸਾ ਆਉਂਦਾ ਰਿਹਾ, ਯਾਰ ਦੋਸਤ ਬਹੁਤ ਹੈਲਪ ਕਰਦੇ ਰਹੇ। ਮੇਰਾ ਇੱਕ ਦੋਸਤ ਸੰਦੀਪ ਚਹਿਲ ਜੀ ਦੀ ਮੈਂ ਗੱਲ ਕਰਕੇ ਹਟਿਆ, ਉਹਦੇ ਬੰਦੇ ਦਾ ਫੋਨ ਆਉਂਦਾ ਹੈ ਕਿ ਬਾਈ ਕਿੱਥੇ ਆ। ਮੈਂ ਕਿਹਾ ਮਲੋਟ ਹੈ। ਮੈਨੂੰ ਕਿਸੇ ਨੇ ਕਹਿਤਾ ਕਿ ਆ ਘਰ ਤੇਰਾ ਮਾੜਾ ਹੈ, ਆ ਜਿੱਥੇ ਆਪਾਂ ਬੈਠੇ ਆ, ਠੀਕ ਹੈ। ਇਹ ਘਰ ਛੱਡ ਦੇ, ਘਰ ਢਾਹ ਦੇ। ਮੈਂ ਬਈ ਘਰ ਛੱਡ ਕੇ ਜਾਂਦਾ ਰਿਹਾ, ਮਲੋਟ ਜਾ ਕੇ ਮੈਂ ਰਹਿਣ ਲੱਗ ਗਿਆ। ਮੈਨੂੰ ਕਿਸੇ ਨੇ ਕਹਿਤਾ ਘਰ ਢਾਹ ਦੇ। ਮੈਂ ਇੱਥੇ ਬਈ ਬੰਦੇ ਸੱਦ ਲਏ ਘਰ ਢਾਉਣ ਵਾਲੇ। ਮੈਨੂੰ ਕੋਈ ਸਿਆਣਾ ਬੰਦਾ ਇੱਥੇ ਆ ਗਿਆ, ਮੈਨੂੰ ਕਹਿੰਦਾ ਬਈ ਘਰ ਢਾਤਾ ਤਾਂ ਰਵੇਂਗਾ ਕਿੱਥੇ। ਚਲੋ ਇੱਕ ਘਰ ਰਹਿ ਗਿਆ ਬਈ। ਮੈਂ ਬਈ ਕੋਈ ਪੰਡਤ ਨਹੀਂ ਛੱਡਿਆ, ਕੋਈ ਮੰਦਰ ਨਹੀਂ ਛੱਡਿਆ, ਕੋਈ ਮਸੀਤ ਨਹੀਂ ਛੱਡੀ, ਗੁਰਦੁਆਰਾ ਨਹੀਂ ਛੱਡਿਆ, ਕੁਛ ਨਹੀਂ ਛੱਡਿਆ ਜਿੱਥੇ ਮੈਂ ਨਾ ਗਿਆ ਹੋਵਾਂ। ਬਹੁਤ ਕੁਛ ਕੀਤਾ ਬਈ। ਮੈਨੂੰ ਲੱਗਦਾ ਕਿ ਮੈਂ ਹੋ ਸਕਦਾ ਵੀ ਜ਼ਿੰਦਗੀ 'ਚ ਉਹ ਕੰਮ ਨਾ ਕਰਦਾ ਜਿਹੜੇ ਮੈਂ ਉਦੋਂ ਕਰਤੇ। ਠੀਕ ਹੈ ਬਈ। ਕਿ ਮੈਨੂੰ ਜਿੱਥੇ ਕੋਈ ਕਹਿੰਦਾ ਉੱਥੇ ਜਾਂਦਾ ਰਹਿੰਦਾ, ਜਿੱਥੇ ਕੋਈ ਉੱਥੇ ਜਾ ਵੜਾ। ਜ਼ਿੰਦਗੀ ਦੇ ਵਿੱਚ ਬਈ ਨਸ਼ਾ ਨਹੀਂ ਕੀਤਾ ਸੀ ਕਦੇ ਵੀ। ਮੈਂ ਕਹਿਣਾ ਵੀ ਨਫ਼ਰਤ ਕਰਦਾ ਸੀ ਮੈਂ ਨਸ਼ੇ ਵਾਲਿਆਂ ਤੋਂ। ਤੇ ਮੈਂ ਬਈ ਉਹ ਟਾਈਮ ਦੇ ਵਿੱਚ ਤੁਸੀਂ ਕਹਿ ਲਓ ਕਿ ਇੰਨਾ ਡਿਪਰੈਸ਼ਨ 'ਚ ਜਾਂਦਾ ਰਿਹਾ ਸੀਗਾ ਕਿ ਦਾਰੂ ਵੀ ਪੀਣ ਲੱਗ ਗਿਆ ਸੀ। ਕਿ ਜਿਹੜਾ ਬੰਦਾ ਨਫ਼ਰਤ ਕਰਦਾ ਸੀ ਉਹ ਦਾਰੂ ਆਪ ਪੀਣ ਲੱਗ ਗਿਆ ਸੀ। ਮੇਰਾ ਦੋਸਤ ਸੰਦੀਪ ਚਹਿਲ ਮੈਨੂੰ ਫੋਨ ਕਰਦਾ, ਘਰੇ ਆਉਂਦਾ ਤੜਕੇ 7 ਵਜੇ, ਕਹਿੰਦਾ ਕਿ ਕਿੰਨੇ ਪੈਸਿਆਂ ਦੀ ਲੋੜ ਹੈ। ਮੈਂ ਕਿਹਾ ਜੀ 70 ਲੱਖ ਰੁਪਇਆ ਭੇਜਣਾ ਸਿੰਗਾਪੁਰ। ਕਹਿੰਦਾ ਕਿ ਕਿੰਨੇ ਪੈਸੇ ਹੋ ਗਏ। ਮੈਂ ਕਿਹਾ 35 ਲੱਖ ਰੁਪਇਆ ਘਟਦਾ। ਮੈਨੂੰ ਕਹਿੰਦਾ ਵੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ, ਜਿੰਨੇ ਪੈਸੇ ਚਾਹੀਦੇ ਆ ਕਿਹੜੇ ਅਕਾਊਂਟ 'ਚ ਪਾਉਣੇ ਆ ਮੈਨੂੰ ਦੱਸ ਦਿਓ, ਮੈਂ ਪਾਊਂਗਾ। ਅਗਲੇ ਦਿਨ ਬਈ ਬੰਦੇ ਦਾ ਮੇਰੀ ਵਾਈਫ ਨੂੰ ਫੋਨ ਜਾਂਦਾ ਹੈ, ਕਿਉਂਕਿ ਸਾਡੇ ਇੱਕ ਪਰਿਵਾਰ ਰਿਲੇਸ਼ਨ ਆ ਉਹਦੇ ਨਾਲ। ਠੀਕ ਹੈ ਬਈ। ਉਹ ਬੰਦੇ ਦਾ ਮੇਰੀ ਵਾਈਫ ਨੂੰ ਫੋਨ ਜਾਂਦਾ ਕਿ ਪੈਸੇ ਕਿਹੜੇ ਅਕਾਊਂਟ 'ਚ ਪਾਉਣੇ ਆ। ਤਾਂ ਮੇਰੀ ਵਾਈਫ ਉਹਨੂੰ ਇੱਕ ਸਵਾਲ ਪੁੱਛਦੀ ਆ ਕਿ ਵੀਰੇ ਤੇਰੇ ਕੋਲ ਤਾਂ ਖੁਦ ਕੋਲ ਪੈਸੇ ਨਹੀਂ ਸੀਗੇ, ਤੂੰ ਤਾਂ ਹੁਣ ਐਡਾ ਵੱਡਾ ਘਰ ਪਾ ਕੇ ਹਟਿਆ, ਤੂੰ ਪੈਸੇ ਕਿੱਥੋਂ ਲੈ ਰਿਹਾ। ਉਹ ਕਹਿੰਦਾ ਕਿ ਮੇਰਾ ਭਰਾ ਠੀਕ ਹੈ, ਜੋ ਮਰਜ਼ੀ ਹੈ ਪੈਸੇ ਮੈਂ ਦੇਣੇ ਜਿੱਥੋਂ ਮਰਜ਼ੀ ਲਿਆਵਾਂ। ਫਿਰ ਉਹਦੇ ਪੁੱਛਣ ਤੇ ਦੁਬਾਰਾ ਪੁੱਛਣ ਤੇ ਕਿ ਪੈਸੇ, ਉਹ ਬੰਦੇ ਨੇ ਬਈ 4 ਮਹੀਨੇ ਪਹਿਲਾਂ ਇੱਕ ਨਵੀਂ ਫੋਰਚੂਨਰ ਕਾਰ ਲਈ ਸੀ, ਜਿਹਦੇ ਵਿੱਚੋਂ ਉਹ ਕਾਰ 1.5 ਮਹੀਨਾ ਉਹਦਾ ਡਰਾਈਵਰ ਤੇ ਉਹਦੀ ਕਾਰ ਮੇਰੇ ਕੋਲ ਦਿੱਲੀ ਹਸਪੀਟਲ ਰਹੀ ਹੈ। ਠੀਕ ਹੈ। ਕਿ ਉਹਨੇ ਬੰਦੇ ਨੇ 2.5 ਮਹੀਨੇ ਕਾਰ ਚਲਾਈ ਸੀ, ਉਹਨੇ ਆਪਦੀ ਕਾਰ ਵੇਚਤੀ। ਤੇ ਉਹ ਮੇਰੀ ਵਾਈਫ ਨੂੰ ਦੱਸਦਾ ਕਿ ਮੈਂ ਕਾਰ ਵੇਚਤੀ, ਔਰ ਮੇਰੀ ਵਾਈਫ ਮੈਨੂੰ ਫੋਨ ਕਰਦੀ ਹੈ ਕਿ ਸਿਮਰਨ ਬਾਈ, ਸੰਦੀਪ ਬਾਈ ਨੇ ਕਾਰ ਵੇਚਤੀ ਆਪਦੀ। ਠੀਕ ਹੈ। ਤੇ ਮੈਂ ਉਹਨੂੰ ਫੋਨ ਕਰਦਾ ਕਿ ਕਾਰਾਂ ਤਾਂ ਮੇਰੇ ਘਰੇ 2 ਖੜੀਆਂ, ਤੂੰ ਮੇਰੀਆਂ ਵੇਚਣਾ ਜੀ ਵੇਚਣੀਆਂ। ਤੇ ਉਹ ਕਹਿੰਦਾ ਕਿ ਮੈਂ ਪੈਸੇ ਦੇਣੇ ਆ, ਮੈਂ ਜਿੱਥੋਂ ਮਰਜ਼ੀ ਦੇਵਾਂ, ਤੁਹਾਨੂੰ ਇਸ ਗੱਲ ਨਾਲ ਨਹੀਂ ਮਤਲਬ। ਠੀਕ ਹੈ ਬਈ। ਠੀਕ ਹੈ। ਇਹ ਬਈ ਇੱਕ ਹੁੰਦਾ ਨਾ ਕਿ ਇੱਕ ਆਸਾਨ ਹੁੰਦੇ ਜ਼ਿੰਦਗੀ ਦੇ ਕਿ ਜਿਹੜੇ ਕਦੇ ਨਹੀਂ ਲੈਂਦੇਗੇ, ਸਹੀ ਹੈ ਬਈ। ਤੇ ਇੱਕ ਟਾਈਮ ਹੁੰਦਾ ਜ਼ਿੰਦਗੀ ਦਾ ਜਿਹੜਾ ਕਦੇ ਨਹੀਂ ਭੁੱਲਦਾਗਾ। ਇੱਕ ਚੋਭਾਂ ਹੁੰਦੀਆਂ ਜ਼ਿੰਦਗੀ ਦੀਆਂ ਜਿਹੜੀਆਂ ਲੋਕਾਂ ਨੇ ਲਾਈਆਂ ਹੁੰਦੀਆਂ, ਉਹ ਨਹੀਂ ਕਦੇ ਭੁੱਲਦੀਆਂ ਗੀਆਂ। ਬਿਲਕੁਲ ਸਹੀ ਹੈ ਬਈ। ਉਹ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਚੋਭਾਂ ਲਾਈਆਂ ਸੀ। ਠੀਕ ਹੈ। ਠੀਕ ਹੈ ਨਾ। ਲੋਕ ਅੱਜ ਹੋ ਸਕਦਾ ਮੇਰੇ ਰਿਸ਼ਤੇਦਾਰ ਮੈਨੂੰ ਬਹੁਤ ਮਾੜਾ ਕਹਿੰਦੇ ਕੁਛ ਵੀ ਆਏ ਆ, ਉਹ ਚੋਭਾਂ ਬਈ ਭੁੱਲਦੀਆਂ ਨਹੀਂ ਅੱਜ। ਠੀਕ ਹੈ। ਤੇ ਉਹਨਾਂ ਟਾਈਮਾਂ ਦੇ ਵਿੱਚ ਬਈ ਜਦੋਂ
ਸਿੰਗਾਪੁਰ ਇਲਾਜ ਚੱਲਦਾ ਸੀ ਤਾਂ ਮੇਰੀ ਬੇਟੀ ਬਿਲਕੁਲ ਠੀਕ ਹੋ ਜਾਂਦੀ ਹੈ। ਮੈਨੂੰ ਰਾਤ ਨੂੰ ਫੋਨ ਆਉਂਦਾ, ਠੀਕ ਹੈ, ਕਿ ਮੈਨੂੰ ਕੱਲ੍ਹ ਨੂੰ ਛੁੱਟੀ ਮਿਲਣੀ ਹੈ, ਤੁਸੀਂ ਆ ਜਾਓ, ਹੈ ਨਾ। ਅਤੇ ਅਗਲੇ ਦਿਨ ਬਾਈ ਫੇਰ ਦੁਬਾਰਾ ਅਟੈਕ ਹੋ ਜਾਂਦਾ ਬਈ, ਉਹਨੂੰ ਅਗਲੇ ਦਿਨ ਅਟੈਕ ਹੋ ਜਾਂਦਾ ਦੁਬਾਰਾ। ਫੇਰ ਜਿਹੜਾ ਅਟੈਕ ਹੁੰਦਾ ਸੀ ਉਹਨੂੰ, ਅਟੈਕ ਕੀ ਸੀਗਾ ਕਿ ਜਦੋਂ ਠੀਕ ਹੋਣ ਤੋਂ ਬਾਅਦ ਦੁਬਾਰਾ ਅਟੈਕ ਹੁੰਦਾ ਸੀਗਾ, ਬਲੱਡ ਆਉਣ ਲੱਗ ਜਾਂਦਾ ਸੀ ਨੱਕ 'ਚੋਂ, ਮੂੰਹ 'ਚੋਂ ਬਲੱਡ ਆਉਣ ਲੱਗ ਜਾਂਦਾ ਸੀਗਾ। ਉਹ ਹੌਸਪੀਟਲ ਵਾਲਿਆਂ ਨੇ ਬਈ ਦੁਬਾਰਾ ਫਿਰ ਵੈਂਟੀਲੇਟਰ ਲਾਤਾ, ਸਿੰਗਾਪੁਰ ਵਾਲਿਆਂ ਨੇ, ਅਤੇ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਕਿ ਵੀ ਸ਼ੀ ਇਜ਼ ਡੈਡ, ਕਿ ਤੁਸੀਂ ਇਹਨੂੰ ਵੈਂਟੀਲੇਟਰ ਬੰਦ ਕਰ ਦਿਓ। ਕਿ ਆਪਣੇ ਨਾਲੋਂ ਥੋੜ੍ਹੇ ਜਿਹੇ ਰੂਲਾਂ ਦਾ ਫਰਕ ਹੈ ਕਿ ਉੱਥੇ ਵੈਂਟੀਲੇਟਰ ਹੌਸਪੀਟਲ ਨਹੀਂ ਬੰਦ ਕਰ ਸਕਦਾ ਗਾ, ਕਿ ਆਪਾਂ ਨੂੰ ਬੰਦ ਕਰਨਾ ਪੈਂਦਾ। ਐਂਡ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਨੇ ਵੈਂਟੀਲੇਟਰ ਬੰਦ ਨਹੀਂ ਕੀਤਾ ਗਾ, ਅਤੇ ਉਹਨੇ ਦੁਬਾਰਾ ਫਿਰ ਉਹ ਠੀਕ ਹੋਣੀ ਸਟਾਰਟ ਹੋ ਗਈ। ਉਹਨੇ ਬਈ ਸਾਨੂੰ ਡਾਕਟਰਾਂ ਨੇ 3 ਵਾਰੀ ਕਿਹਾ ਕਿ ਸ਼ੀ ਇਜ਼ ਡੈਡ, 1 ਵਾਰੀ ਨਹੀਂ 3 ਵਾਰੀ, ਕਿ ਉਹਨੇ 3 ਵਾਰੀ ਤੁਸੀਂ ਕਹਿ ਲਓ ਕਿ ਦੁਬਾਰਾ ਜਨਮ ਲਿਆ। ਉਹ ਟਾਈਮ 9 ਮਹੀਨਿਆਂ ਦੇ ਵਿੱਚ 9 ਮਹੀਨੇ ਅਸੀਂ ਹੌਸਪੀਟਲਾਂ ਦੇ ਵਿੱਚ ਰਹੇ ਹਾਂ। ਅਤੇ ਉਦੋਂ ਬਾਅਦ ਬਈ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਕਿ ਸਾਡੇ ਕੋਲ ਇਹਦਾ ਇਲਾਜ ਹੈ ਨਹੀਂ, ਜਿਹੜਾ ਸਾਡਾ ਇਲਾਜ ਸੀ ਅਸੀਂ ਕਰ ਲਿਆ। ਵੀ ਉਹਨੂੰ ਕੀ ਹੁੰਦਾ ਕਿ ਜਿਹੜਾ ਆਪਣੇ ਵੈਂਟੀਲੇਟਰ ਲੱਗਦਾ ਅਤੇ ਨਮੂਨੀਆ ਹੋ ਜਾਂਦਾ ਵੈਂਟੀਲੇਟਰ ਨਾਲ, ਉਹਨੂੰ ਉੱਥੇ ਜਾ ਕੇ ਨਮੂਨੀਆ ਹੋ ਗਿਆ, ਅਤੇ ਉਹਨੇ ਨਮੂਨੀਆ ਤੋਂ ਜਵਾਬ ਦਿੱਤਾ ਕਿ ਸਾਡੇ ਕੋਲ ਨਮੂਨੀਆ ਦਾ ਕੋਈ ਇਲਾਜ ਨਹੀਂ ਗਾ, ਕਿ ਤੁਸੀਂ ਲੈ ਜਾਓ। ਵੈਂਟੀਲੇਟਰ ਲੱਗਿਆ ਹੋਇਆ ਬਈ। ਅਸੀਂ ਸਿੰਗਾਪੁਰ ਤੋਂ ਆਪਣਾ ਪ੍ਰਾਈਵੇਟ ਐਂਬੂਲੈਂਸ ਜੈਟ ਕਰਵਾ ਕੇ ਇੰਡੀਆ ਲੈ ਕੇ ਆਉਣੇ ਆ। ਇੰਡੀਆ ਦਿੱਲੀ ਆ ਕੇ ਉਤਰਦੇ, ਦਿੱਲੀ ਤੋਂ ਅਸੀਂ ਆਪਣੀ ਐਂਬੂਲੈਂਸ ਕਰਾਉਣੇ ਆ ਵੈਂਟੀਲੇਟਰ ਵਾਲੀ, ਔਰ ਲੁਧਿਆਣੇ ਆਉਣੇ ਆ। ਲੁਧਿਆਣੇ ਆ ਕੇ ਬਈ ਡਾਕਟਰ ਆਪਣਾ ਇਲਾਜ ਚਾਲੂ ਕਰ ਦਿੰਦਾ, ਔਰ ਜਿਹੜਾ ਨਮੂਨੀਆ ਹੁੰਦਾ ਹੈ ਅੰਦਰ, ਕੀ ਹੋ ਜਾਂਦਾ ਕਿ ਜਿਹੜੇ ਲੰਗਸ ਹੁੰਦੇ ਉਹਨਾਂ ਦੇ ਨਮੂਨੀਆ ਦੀ ਜਿਹੜੀ ਇਨਫੈਕਸ਼ਨ ਹੁੰਦੀ ਉਹ ਜੰਮ ਜਾਂਦੀ ਬਲੈਕ ਕਲਰ ਦੀ, ਔਰ ਉਹ ਬਾਹਰ ਨਿਕਲਣੀ ਸਟਾਰਟ ਹੋ ਜਾਂਦੀ ਪਾਈਪ ਰਾਹੀਂ, ਔਰ ਬੇਟੀ ਦੁਬਾਰਾ ਫਿਰ ਠੀਕ ਹੋ ਜਾਂਦੀ ਹੈ। ਠੀਕ ਹੋ ਕੇ ਬਈ ਦੁਬਾਰਾ ਅਸੀਂ ਉਹਨੂੰ ਇੱਥੇ ਅਸੀਂ ਡਾਕਟਰ ਨੂੰ ਕਹਿ ਕੇ 1 ਵਾਰੀ ਅਸੀਂ ਘਰੇ ਲੈ ਕੇ ਆਉਣਾ, ਬਿਲਕੁਲ ਨੋਰਮਲ ਬੋਲਦੀ ਚੱਲਦੀ ਠੀਕ ਆ, ਪਰ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਆ। ਘਰੇ ਲੈ ਕੇ ਆਉਣੇ ਆ, ਹੈ ਨਾ। ਘਰੇ ਲਿਆ ਕੇ ਇੱਥੇ ਜਦੋਂ ਘਰੇ ਆਉਣੇ ਉਹ ਪੁੱਛਦੀ ਆ ਕਿ ਘੋੜੇ ਕਿੱਥੇ ਆਪਣੇ, ਜਾਂ ਐਂ ਕਿੱਥੇ, ਉਹਨੂੰ ਸਾਰਾ ਕੁਛ ਪਤਾ ਘਰ ਦੇ ਬਾਰੇ, ਕਿ ਆਹ ਜਾਨਵਰ ਇੱਥੇ ਸੀਗਾ, ਆਹ ਜਾਨਵਰ ਇੱਥੇ ਸੀਗਾ, ਹੈ ਨਾ। ਜਿਹੜੀ ਉਹਦੀ ਘੋੜੀ ਸੀ ਉਹ ਵੀ ਪਤਾ ਉਹਨੂੰ, ਸਭ ਕੁਛ ਪਤਾ। ਇੱਥੇ ਆਇਆ ਬਈ ਦੁਬਾਰਾ ਫਿਰ ਅਟੈਕ ਹੋ ਜਾਂਦਾ, ਔਰ ਅਸੀਂ ਫਿਰ ਦੁਬਾਰਾ ਲੈ ਕੇ ਜਾਂਦੇ ਹਾਂ ਲੁਧਿਆਣੇ, ਔਰ ਲੁਧਿਆਣੇ ਜਾ ਕੇ 4ਵੇਂ-5ਵੇਂ ਦਿਨ ਉਹ ਡੈਥ ਹੋ ਜਾਂਦੀ ਹੈ। ਉਹਨਾਂ ਟਾਈਮਾਂ ਦੇ ਵਿੱਚ ਬਾਈ ਮੇਰਾ 2 ਕਰੋੜ 85 ਲੱਖ ਰੁਪਇਆ, 80-85 ਲੱਖ ਰੁਪਇਆ ਲੱਗਿਆ ਸੀ।